ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਡੰਡੌਤ ਵੰਦਨੀ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਅਨੂਪ ਪਦਾਰਥ ਨਾਮ ਸੁਣੋ ਸਗਲ ਧਿਆਏ ਲੈ ਮੀਤਾ। ਅਨੂਪ ਪਦਾਰਥ ਨਾਮ ਸੁਨਹੁ ਸਗਲ ਧਿਆਏ ਲੈ ਮੀਤਾ। ਹਰ ਔਖਦ ਜਾਂ ਕੋ ਗੁਰ ਦੀਆ ਤਾਂ ਤੇ ਨਿਰਮਲ ਚੀਤਾ। ਰਹਾਉ ਅੰਧਕਾਰ ਮਿਟਿਓ ਤਿਹ ਜਾਨ ਅੰਧਕਾਰ ਮਿਟਿਓ ਤਿਹ ਤਨ ਤੇ। ਗੁਰ ਸ਼ਬਦ ਦੀਪਕ ਪਰਗਾਸਾ। ਭ੍ਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗਤ ਬਿਸਵਾਸਾ। ਤਾਰੀਅਲੇ ਭਵ ਜਲ ਤਾਰੂ ਬਿਖੜਾ ਬੋਹਿਤ ਸਾਧੂ ਸੰਗਾ। ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ। ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਗਾਏ। ਨਾਨਕ ਹਰ ਜੀਉ ਤਾਂ ਕੋ ਦੇਵੈ ਜਾਂ ਕੋ ਹੁਕਮ ਮਨਾਏ। ਨਾਨਕ ਹਰ ਜੀਉ ਤਾਂ ਕੋ ਦੇਵੈ ਤਾਂ ਕੋ ਹੁਕਮ ਮਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਾਬਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਲੋਕ ਪਰਲੋਕ ਦੇ ਰਾਖੇ ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ
ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਥ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 208 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ। ਬਾਣੀ ਇਸ ਮਨੁੱਖ ਨੂੰ ਜੀਵਨ ਜਿਉਣ ਦੀ ਜਾਂਚ ਦੱਸਦੀ ਹੈ। ਨਾਮ ਦੇ ਨਾਲ ਬਾਣੀ ਜੋੜਦੀ ਹੈ, ਜੋੜ ਕੇ ਇਸ ਮਨੁੱਖ ਦਾ ਜੀਵਨ ਸਫਲਾ ਕਰਦੀ ਹੈ। ਜੋ ਵੀ ਬਾਣੀ ਦੇ ਨਾਲ ਜੁੜ ਕੇ ਬਾਣੀ ਦੀ ਵਿਚਾਰ ਸ਼ਰਵਣ ਕਰਦਾ ਹੈ ਤੇ ਬਾਣੀ ਦੇ ਉਪਦੇਸ਼ ਦੁਆਰਾ ਆਪਣਾ ਜੀਵਨ ਜਿਉਣਾ ਚਾਹੁੰਦਾ ਹੈ ਕਿ ਗੁਰੂ ਦੀ ਬਾਣੀ ਦੇ ਦੱਸੇ ਸਿਧਾਂਤ 'ਤੇ ਚੱਲਦਾ ਹੈ, ਉਸ ਦਾ ਲੋਕ ਪਰਲੋਕ ਸਵਰ ਜਾਂਦਾ ਹੈ ਤੇ ਇੱਥੇ ਵੀ ਉਸ ਦਾ ਸਤਿਕਾਰ ਹੁੰਦਾ ਹੈ ਜਿਹੜਾ ਬਾਣੀ ਮੁਤਾਬਕ ਸੱਚ ਦੇ ਰਸਤੇ 'ਤੇ ਚੱਲਦਾ ਹੈ। ਠੱਗੀਆਂ ਠੋਰੀਆਂ ਛੱਡ ਕੇ, ਬੁਰੇ ਕਰਮ ਛੱਡ ਕੇ ਤੇ ਬਾਣੀ ਮੁਤਾਬਕ ਆਪਣਾ ਜੀਵਨ ਜਿਉਣਾ ਕਰਦਾ ਹੈ, ਉਸ ਦਾ ਇੱਥੇ ਵੀ ਸਤਿਕਾਰ ਹੁੰਦਾ ਹੈ। ਤੇ ਬਾਣੀ ਪਰਮੇਸ਼ਰ ਦੇ ਨਾਲ ਮਿਲਾਉਣ ਵਾਲੀ ਹੈ, ਜੋ ਮਿਲਾਉਣ ਦੀ ਜੁਗਤੀ ਦੱਸਦੀ ਹੈ। ਨਾਮ ਜਪਣ ਦੀ, ਜਿਹੜਾ ਨਾਮ ਜਪਦਾ ਹੈ ਉਸ ਦਾ ਪਰਲੋਕ ਦੇ ਵਿੱਚ ਸਤਿਕਾਰ ਹੁੰਦਾ ਹੈ। ਦੋਨਾਂ ਲੋਕਾਂ ਦੇ ਵਿੱਚ ਬਾਣੀ ਦੀ ਸਮਝ ਲੈ ਕੇ ਬਾਣੀ ਦਾ ਉਪਦੇਸ਼ ਵਿਚਾਰ ਸ਼ਰਾਵਣ ਕਰਕੇ ਹਿਰਦੇ 'ਚ ਵਸਾ ਕੇ ਉਸ ਨੂੰ ਕਮਾ ਕੇ ਲੋਕ ਪਰਲੋਕ ਸਫਲਾ ਕਰ ਸਕਦਾ ਹੈ ਇਹ ਜੀਵ। ਹੁਣ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਦੇ ਪਾਸ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਸਭ ਤੋਂ ਅਨੂਪ ਪਦਾਰਥ ਕਿਹੜਾ ਹੈ? ਸਭ ਤੋਂ ਅਨੂਪ ਪਦਾਰਥ ਕਿਹੜਾ ਹੈ? ਅਮੋਲਕ, ਜਿਹੜਾ ਜਿਸ ਦੀ ਕੀਮਤ ਹੀ ਨਹੀਂ ਹੈ, ਉਹ ਕਿਹੜਾ ਪਦਾਰਥ ਹੈ? ਸੰਸਾਰੀ ਜੀਵ ਇੱਥੇ ਸੰਸਾਰੀ ਪਦਾਰਥਾਂ ਦੇ ਵਿੱਚ ਉਲਝਿਆ ਪਿਆ ਹੈ। ਜੋ ਪਰਮੇਸ਼ਰ ਦਾ ਨਾਮ ਜਪਦੇ ਹਨ, ਨਾਮ ਜਪਣ ਵਾਲਿਆਂ ਨੂੰ ਨਾਮ ਦਾ ਰਸ ਲੈ ਕੇ ਫੇਰ ਪਤਾ ਲੱਗਦਾ ਹੈ ਕਿ ਅਨੂਪ ਪਦਾਰਥ ਕਿਹੜਾ ਹੈ। ਮਹਾਰਾਜ ਜੀ ਕਹਿਣ ਲੱਗੇ, ਅਨੂਪ ਪਦਾਰਥ ਨਾਮ ਸੁਣੋ ਸਗਲ ਧਿਆਏ ਲੈ ਮੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਕਹਿਣ ਲੱਗੇ ਕਿ ਹੇ ਮੇਰੇ ਮੀਤਾ ਮਿੱਤਰੋ, ਨਾਮ ਸੁਣੋ, ਅਨੂਪ ਪਦਾਰਥ ਨਾਮ ਸੁਣੋ ਕਿ ਹੇ ਮੇਰੇ ਮਿੱਤਰੋ, ਪਰਮੇਸ਼ਰ ਦਾ ਨਾਮ ਹੀ ਅਨੂਪ ਉਪਮਾ ਤੋਂ ਰਹਿਤ ਪਦਾਰਥ ਅਮੋਲਕ ਵਸਤੂ ਹੈ। ਜੋ ਉਪਮਾ ਤੋਂ ਰਹਿਤ ਤੇ ਪਦਾਰਥ ਅਮੋਲਕ ਵਸਤੂ ਹੈ, ਇਹ ਪਰਮੇਸ਼ਰ ਦਾ ਨਾਮ ਹੀ ਹੈ। ਹੁਣ ਇਸ ਨੂੰ ਪਦਾਰਥ ਕਿਵੇਂ ਮੰਨਿਆ ਜਾਂਦਾ ਹੈ ਕਿ ਜੋ ਸਰੀਰ ਹੈ, ਸਰੀਰ ਇਹ ਇੱਥੋਂ ਦੇ ਦੁਨੀਆ ਦੇ ਪਦਾਰਥਾਂ ਨਾਲ ਬਲਵਾਨ ਹੁੰਦਾ ਹੈ, ਤਕੜਾ ਹੁੰਦਾ ਹੈ। ਜੇ ਇਹ ਸਰੀਰ ਭੋਜਨ ਛਕਦਾ ਹੈ, ਭੋਜਨ ਛਕ ਕੇ ਹੀ ਇਹ ਤੰਦਰੁਸਤ ਰਹਿੰਦਾ ਹੈ, ਚੱਲਦਾ ਫਿਰਦਾ ਹੈ, ਨਹੀਂ ਨਿਰਬਲ ਹੋ ਜਾਂਦਾ ਹੈ ਕਿ ਇਹਦੇ ਵਿੱਚ ਤਾਕਤ ਨਹੀਂ ਰਹਿੰਦੀ। ਪਰ ਅਨੂਪ ਪਦਾਰਥ ਨਾਮ ਸੁਨੋ ਸਗਲ ਧਿਆਏ ਲੈ ਮੀਤਾ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਅਨੂਪ ਉਪਮਾ ਤੋਂ ਰਹਿਤ ਪਦਾਰਥ ਹੈ, ਅਮੋਲਕ ਵਸਤੂ ਹੈ। ਹੁਣ ਜਿਹੜੀ ਜੀਵ ਆਤਮਾ ਹੈ, ਇਸ ਦੀ ਖੁਰਾਕ ਦੁਨਿਆਵੀ ਪਦਾਰਥ ਕੋਈ ਨਹੀਂ ਹਨ। ਇਸ ਦੀ ਖੁਰਾਕ ਹੈ ਨਾਮ ਪਦਾਰਥ, ਜਿਹੜਾ ਉਪਮਾ ਤੋਂ ਰਹਿਤ ਪਰਮੇਸ਼ਰ ਦਾ ਨਾਮ ਹੈ। ਇਹ ਜੀਵ ਆਤਮਾ ਵਾਸਤੇ ਇਹ ਪਦਾਰਥ ਹੈ।
ਕਿਉਂਕਿ ਇਹ ਜੀਵ ਆਤਮਾ ਹੈ ਜਿਹੜੀ ਨਾਮ ਦੇ ਨਾਲ ਬਲਵਾਨ ਹੁੰਦੀ ਹੈ, ਕਿ ਨਾਮ ਦੇ ਨਾਲ ਹੀ ਇਹਨੂੰ ਸਹਾਰਾ ਮਿਲਦਾ ਹੈ, ਨਾਮ ਦੇ ਨਾਲ ਹੀ ਇਹ ਬਲ ਦੇ ਸਹਿਤ ਹੁੰਦੀ ਹੈ, ਕਿ ਜੇ ਇਸ ਨੇ ਨਾਮ ਜਪਿਆ ਹੁੰਦਾ ਹੈ ਤਾਂ ਪਰਲੋਕ ਤੱਕ ਇਹਦੀ ਤਾਕਤ ਬਣ ਜਾਂਦੀ ਹੈ। ਉੱਥੇ ਪਰਮੇਸ਼ਰ ਇਸ ਦਾ ਕਲਿਆਣ ਕਰ ਦਿੰਦੇ ਹਨ ਅਤੇ ਇਸ ਦਾ ਜਨਮ ਮਰਨ ਦਾ ਚੱਕਰ ਕੱਟ ਦਿੰਦੇ ਹਨ। ਮਹਾਰਾਜ ਜੀ ਕਹਿਣ ਲੱਗੇ, ਹੇ ਮਿੱਤਰੋ, ਪਰਮੇਸ਼ਰ ਦਾ ਨਾਮ ਹੀ ਅਨੂਪ ਉਪਮਾ ਤੋਂ ਰਹਿਤ ਪਦਾਰਥ ਅਮੋਲਕ ਵਸਤੂ ਹੈ। ਇਸ ਨੂੰ ਸਰਦਾ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣੋ। ਨਾਮ ਨੂੰ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਨਾ ਕਰੋ ਅਤੇ ਸਗਲ ਧਿਆਏ ਲੈ ਮੀਤਾ, ਅਤੇ ਸਗਲ ਸਾਰੇ ਹੀ ਇਸ ਨੂੰ ਧਿਆਏ ਲੈ ਧਿਆਉਣਾ ਕਰੋ। ਪਰਮੇਸ਼ਰ ਦਾ ਨਾਮ ਹੀ ਉਪਮਾ ਤੋਂ ਰਹਿਤ ਅਮੋਲਕ ਵਸਤੂ ਹੈ। ਇਸ ਨੂੰ ਸਰਦਾ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਨਾ ਕਰੋ ਅਤੇ ਸਗਲ ਸਾਰੇ ਹੀ ਇਸ ਨੂੰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੋ, ਕਿ ਜਿਹੜਾ ਅਨੂਪ ਉਪਮਾ ਤੋਂ ਰਹਿਤ ਅਮੋਲਕ, ਕੋਈ ਵੀ ਜਿਹੜੀ ਇਸ ਦੀ ਕੀਮਤ ਨਹੀਂ ਹੈ, ਇਸ ਨਾਮ ਨੂੰ ਜਪਣਾ ਕਰੋ। ਇਹ ਨਾਮ ਹੈ ਜਿਹੜਾ ਹਰ ਔਖਦ ਜਾਂ ਕੋ ਗੁਰ ਦੀਆ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਨਾਮ, ਪਰਮੇਸ਼ਰ ਨੇ ਜਿਨ੍ਹਾਂ ਨੂੰ ਸਤਿਗੁਰੂ ਪੂਰੇ ਗੁਰੂ ਨੇ ਹਰੀ ਪਰਮੇਸ਼ਰ ਦਾ ਨਾਮ ਰੂਪੀ ਔਖਦ ਦਵਾਈ ਦੇਣਾ ਕੀਤੀ ਹੈ। ਹਰ ਔਖਦ ਜਾਂ ਕੋ ਗੁਰ ਦੀਆ, ਕਿ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਹਰੀ ਪਰਮੇਸ਼ਰ ਦੀ ਨਾਮ ਰੂਪੀ ਦਵਾਈ ਦੇਣਾ ਕੀਤੀ ਹੈ, ਤਾਂ ਕਿ ਨਿਰਮਲ ਚੀਤਾ, ਉਹਨਾਂ ਦੇ ਚੀਤਾ ਚਿੱਤ ਵਿਸ਼ੇ ਵਿਕਾਰਾਂ ਔਗਣਾਂ ਦੀ ਮੈਲ ਤੋਂ ਰਹਿਤ ਹੋ ਗਏ ਹਨ, ਉਜਲ ਹੋ ਗਏ ਹਨ। ਜਿਨ੍ਹਾਂ ਨੇ ਅਨੂਪ ਉਪਮਾ ਤੋਂ ਰਹਿਤ ਅਮੋਲਕ ਪਦਾਰਥ ਨਾਮ ਪਰਮੇਸ਼ਰ ਦਾ ਹੈ ਜਿਹੜਾ ਜਪਣਾ ਕੀਤਾ ਹੈ, ਕਿ ਉਹਨਾਂ ਨੂੰ ਸਤਿਗੁਰੂ ਜੀ ਨੇ ਹਰੀ ਪਰਮੇਸ਼ਰ ਦੀ ਨਾਮ ਰੂਪੀ ਦਵਾਈ ਇਹ ਦੇਣੀ ਕੀਤੀ ਹੈ, ਤਾਂ ਕਿ ਨਿਰਮਲ ਚੀਤਾ, ਕਿ ਉਹਨਾਂ ਦੇ ਚੀਤਾ ਚਿੱਤ ਵਿਸ਼ੇ ਵਿਕਾਰਾਂ ਔਗਣਾਂ ਦੀ ਮੈਲ ਤੋਂ ਰਹਿਤ ਹੋ ਗਏ ਹਨ, ਉਜਲ ਹੋ ਗਏ ਹਨ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਅੰਧਕਾਰ ਮਿਟਿਓ ਤੇਹ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ, ਕਿ ਉਹਨਾਂ ਦੇ ਤਨ ਸਰੀਰ ਵਿੱਚ ਜੋ ਅਗਿਆਨ ਦਾ ਅੰਧਕਾਰ ਹਨੇਰਾ ਸੀ ਉਹ ਨਾਮ ਕਰਕੇ ਮਿਟ ਗਿਆ। ਨਾਮ ਜਪਣ ਕਰਕੇ ਉਹਨਾਂ ਦਾ ਜਿਹੜਾ ਅਗਿਆਨ ਦਾ ਹਨੇਰਾ ਸੀ ਉਹ ਮਿਟ ਗਿਆ, ਅਤੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਗੁਰ ਸ਼ਬਦ ਦੀਪਕ ਪ੍ਰਗਾਸਾ, ਅਤੇ ਉਹਨਾਂ ਦੇ ਅੰਦਰ ਸਤਿਗੁਰੂ ਪੂਰੇ ਗੁਰੂ ਨੇ ਸ਼ਬਦ ਰੂਪੀ ਦੀਪਕ ਦੀਵੇ ਦੁਆਰਾ ਗਿਆਨ ਦਾ ਪ੍ਰਕਾਸ਼, ਗਿਆਨ ਦਾ ਚਾਨਣ ਕਰ ਦਿੱਤਾ ਹੈ, ਕਿ ਗਿਆਨ ਦੇ ਚਾਨਣ ਨਾਲ ਉਹਨਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਸੀ ਜਿਹੜਾ ਉਹ ਮਿਟ ਗਿਆ। ਭਰਮ ਕੀ ਜਾਲੀ ਤਾਂ ਕੀ ਕਾਟੀ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ। ਨਾਮ ਪਦਾਰਥ ਉਪਮਾ ਤੋਂ ਰਹਿਤ ਜੋ ਪਦਾਰਥ ਹੈ ਨਾਮ, ਜਿਨ੍ਹਾਂ ਨੇ ਜਪਿਆ ਹੈ ਉਹਨਾਂ ਦੀ ਭਰਮ ਭੁਲੇਖੇ ਦੀ ਜਾਲੀ ਫਾਹੀ ਕੱਟ ਦਿੱਤੀ ਹੈ। ਭਰਮ ਕੀ ਜਾਲੀ ਤਾਂ ਕੀ ਕਾਟੀ, ਕਿ ਉਹਨਾਂ ਗੁਰਮੁਖ ਪਿਆਰਿਆਂ ਦੀ ਭਰਮ ਦੀ ਜਾਲੀ ਫਾਹੀ ਕੱਟ ਦਿੱਤੀ ਹੈ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ। ਤੇ ਜਾਂ ਕੋ ਸਾਧ ਸੰਗਤ ਵਿਸ਼ਵਾਸਾ, ਜਿਨ੍ਹਾਂ ਨੂੰ ਸਾਧ ਸੰਗਤ ਸਤ ਸੰਗਤ 'ਤੇ ਭਰੋਸਾ ਆ ਗਿਆ ਹੈ, ਕਿ ਉਹਨਾਂ ਦਾ ਉਹਨਾਂ ਦੀ ਜਿਹੜੀ ਭੁਲੇਖੇ ਦੀ ਫਾਹੀ ਆ ਉਹ ਕੱਟ ਦਿੱਤੀ ਹੈ। ਜੇ ਸਤ ਸੰਗਤ 'ਤੇ ਭਰੋਸਾ ਵੱਜ ਜਾਏਗਾ, ਸਤ ਸੰਗਤ ਕਰੇਗਾ ਜੀਵ, ਸਤ ਸੰਗਤ ਦੇ ਵਿੱਚੋਂ ਤੇ ਗੁਣ ਹੀ ਪੈਦਾ ਹੁੰਦੇ ਹਨ, ਅਤੇ ਗੁਣਾਂ ਕਰਕੇ ਇਹ ਜੀਵ ਇਸ ਸੰਸਾਰ ਦੇ ਵਿੱਚ ਸਫਲਾ ਹੋ ਜਾਂਦਾ ਹੈ।
ਤੇ ਜਿਸ ਦੇ ਅੰਦਰ ਨਾਮ ਜਪਣ ਦਾ ਭਰੋਸਾ ਵੱਧ ਜਾਂਦਾ ਹੈ ਤੇ ਨਾਮ ਜਪਣ ਲੱਗ ਜਾਂਦਾ ਹੈ, ਸਤ ਸੰਗਤ ਦੇ ਵਿੱਚੋਂ ਨਾਮ ਦੀ ਦਾਤ ਲੈ ਲੈਂਦਾ ਹੈ। ਗੁਰੂ ਦੀ ਸੰਗਤ ਹੁੰਦੀ ਹੈ, ਗੁਰੂ ਹੀ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਨ, ਨਾਮ ਦਾ ਉਪਦੇਸ਼ ਕਰਦੇ ਹਨ। ਜਿਹੜਾ ਉਪਦੇਸ਼ ਸੁਣ ਕੇ ਨਾਮ ਜਪਣ ਲੱਗ ਜਾਂਦਾ ਹੈ, ਉਹ ਪਰਲੋਕ ਦੇ ਵਿੱਚ ਸਫਲਾ ਹੋ ਜਾਂਦਾ ਹੈ ਤੇ ਸਫਲਾ ਹੋ ਕੇ ਤਾਰੀ ਅਲੇ ਭਵਜਲ ਤਾਰੂ ਬਿਖੜਾ ਬੋਹਿਤ ਸਾਧੂ ਸੰਗਾ। ਜਿਹੜਾ ਭਵਜਲ ਸੰਸਾਰ ਸਮੁੰਦਰ, ਜਿਹੜਾ ਸੰਸਾਰ ਸਮੁੰਦਰ ਤਾਰੂ ਅਥਾਹ ਡੂੰਘਾ ਹੈ, ਤਾਰੀ ਅਲੇ ਭਵਜਲ ਤਾਰੂ ਬਿਖੜਾ, ਜਿਹੜਾ ਭਵਜਲ ਸੰਸਾਰ ਸਮੁੰਦਰ ਅਥਾਹ ਡੂੰਘਾ ਹੈ, ਇਸ ਤੋਂ ਪਾਰ ਹੋਣਾ ਬਹੁਤ ਹੀ ਵਿਖੜਾ ਕਠਿਨ ਹੈ, ਔਖਾ ਹੈ, ਕਿ ਇਸ ਨੂੰ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਬੋਹਿਤ ਸਾਧੂ ਸੰਗਾ, ਕਿ ਇਸ ਨੂੰ ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ ਨਾਮ ਰੂਪੀ ਬੋਹਿਤਾ ਜਹਾਜ਼ ਉੱਪਰ ਚੜ੍ਹ ਕੇ ਤਾਰੀ ਅਲੇ ਤਰ ਲੈਂਦਾ ਹੈ। ਤਾਰੀ ਅਲੇ ਭਵਜਲ ਤਾਰੂ ਵਿਖੜਾ ਬੋਹਿਤ ਸਾਧੂ ਸੰਗਾ, ਕਿ ਜਿਹੜਾ ਸੰਸਾਰ ਸਮੁੰਦਰ ਹੈ ਇਹ ਬੜਾ ਅਥਾਹ ਹੈ, ਡੂੰਘਾ ਹੈ, ਇਸ ਤੋਂ ਪਾਰ ਹੋਣਾ ਬਹੁਤ ਹੀ ਵਿਖੜਾ ਕਠਿਨ ਹੈ, ਔਖਾ ਹੈ। ਬੋਹਿਤ ਸਾਧੂ ਸੰਗਾ, ਇਸ ਨੂੰ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਨਾਮ ਰੂਪੀ ਬੋਹਿਤ ਜਹਾਜ਼ ਉੱਪਰ ਚੜ੍ਹ ਕੇ ਤਾਰੀ ਅਲੇ ਤਰ ਲਈਏ, ਕਿ ਤੈਰਾਕ ਹੋ ਕੇ ਗੁਰੂ ਸਾਹਿਬ ਜੀ ਹਨ, ਉਹ ਸਾਧੂ ਸੰਗਾ ਸਤ ਸੰਗਤ ਰੂਪੀ ਜਹਾਜ਼ ਵਿੱਚ ਚੜ੍ਹਾ ਕੇ ਕਾਠਨ ਹੈ ਜਿਹੜਾ ਧਰਨ ਰੂਪੀ ਸੰਸਾਰ ਸਮੁੰਦਰ ਤੋਂ ਤਾਰ ਲੈਂਦੇ ਹਨ, ਕਿ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ, ਕਿ ਜਿਹੜਾ ਨਾਮ ਰੂਪੀ ਜਹਾਜ਼ ਤੇ ਚੜ੍ਹ ਜਾਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਇਹ ਜਿਹੜਾ ਸਤਸੰਗ ਰੂਪੀ ਜਹਾਜ਼ ਹੈ, ਜਿਹੜਾ ਇਸ ਸਤਸੰਗ ਰੂਪੀ ਜਹਾਜ਼ ਤੇ ਚੜ੍ਹ ਕੇ ਪਰਮੇਸ਼ਰ ਦਾ ਨਾਮ ਜਪਦਾ ਹੈ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ, ਪਾਰ ਹੋ ਜਾਂਦਾ ਹੈ। ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ। ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ, ਉਹਨਾਂ ਦੇ ਮਨ ਦੀ ਸਾਰੀ ਆਸਾ, ਮਨ ਦੀ ਸਾਰੀ ਇੱਛਾ ਪੂਰੀ ਹੋ ਗਈ ਹੈ। ਜਿਨ੍ਹਾਂ ਨੂੰ ਹਰੇਕ ਆਨੰਦ ਵਿੱਚ ਪਰਮੇਸ਼ਰ ਦੇ ਸਮਾਨ ਸਤਿਗੁਰੂ ਜੀ ਭੇਟਿਓ ਮਿਲੇ ਹਨ, ਪ੍ਰਾਪਤ ਹੋਏ ਹਨ, ਉਹਨਾਂ ਦੇ ਮਨ ਦੀ ਸਾਰੀ ਇੱਛਾ ਪੂਰੀ ਹੋ ਗਈ ਹੈ। ਗੁਰ ਭੇਟਿਓ ਹਰ ਰੰਗਾ, ਕਿ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਮਿਲੇ ਹਨ ਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਮਿਲੇ ਹਨ, ਪ੍ਰਾਪਤ ਹੋਏ ਹਨ, ਉਹਨਾਂ ਦੀ ਸਾਰੀ ਇੱਛਾ ਪੂਰਨ ਹੋ ਜਾਂਦੀ ਹੈ, ਪੂਰੀ ਹੋਈ ਹੈ। ਨਾਮ ਖਜ਼ਾਨਾ ਭਗਤੀ ਪਾਇਆ। ਸਤਿਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ, ਨਾਮ ਰੂਪੀ ਭੰਡਾਰਾ ਭਾਉ ਭਗਤੀ ਕਰਕੇ ਪਾਉਣਾ ਕੀਤਾ ਹੈ, ਜਿਸ ਕਰਕੇ ਮਨ ਤਨ ਤ੍ਰਿਪਤ ਅਗਾਏ, ਜਿਸ ਕਰਕੇ ਮਾਨ ਕਰਕੇ ਵੀ ਤ੍ਰਿਪਤ ਰੱਜ ਗਏ, ਅਤੇ ਤਨ ਸਰੀਰ ਕਰਕੇ ਵੀ ਅਗਾਏ ਰੱਜ ਗਏ। ਮਾਨ ਤਾਨ ਕਰਕੇ ਆਤਮ ਤ੍ਰਿਪਤੀ ਕਰਕੇ ਅਗਾਏ ਰੱਜ ਗਏ। ਹਾਂ ਮਹਾਰਾਜ ਜੀ ਕਹਿਣ ਲੱਗੇ, ਨਾਮ ਖਜ਼ਾਨਾ ਭਗਤੀ ਪਾਇਆ, ਕਿ ਸਤਿਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਭੰਡਾਰਾ ਭਾਉ ਭਗਤੀ ਪ੍ਰੇਮਾ ਭਗਤੀ ਕਰਕੇ ਪਾਉਣਾ ਕੀਤਾ ਹੈ, ਜਿਸ ਕਰਕੇ ਮਨ ਤੇ ਤਨ ਰੱਜ ਗਏ ਹਨ, ਤ੍ਰਿਪਤ ਹੋ ਗਏ ਹਨ। ਨਾਨਕ ਹਰ ਜੀਉ ਤਾਂ ਕੋ ਦੇਵੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰੀ ਅਕਾਲ ਪੁਰਖ ਜੀ ਉਹਨਾਂ ਨੂੰ ਨਾਮ ਰੂਪੀ ਖਜ਼ਾਨਾ ਬਖਸ਼ ਦਿੰਦੇ ਹਨ, ਕਿ
ਜਾਂ ਕੋ ਹੁਕਮ ਮਨਾਏ, ਜਾਂ ਕੋ ਜਿਨ੍ਹਾਂ ਨੂੰ ਆਪਣਾ ਹੁਕਮ ਆਪਣੀ ਆਗਿਆ ਮਨਾ ਲੈਂਦੇ ਹਨ। ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਨੂੰ ਨਾਮ ਰੂਪੀ ਖਜ਼ਾਨਾ ਬਖਸ਼ ਦਿੰਦੇ ਹਨ। ਗੌੜੀ ਮਹੱਲਾ ਪੰਜਵਾ। ਦਇਆ ਮਇਆ ਕਰ ਪ੍ਰਾਨ ਪਤ ਮੋਰੇ, ਹਰ ਅਨਾਥ ਸਰਨ ਪ੍ਰਭ ਤੋਰੀ। ਅੰਧਕੂਪ ਮੈਂ ਹਾਥ ਦੇ ਰਾਖੋ, ਕਸੂ ਸਿਆਨਪ ਉਕਤ ਨਾ ਮੋਰੀ ਰਹਾਓ। ਕਰਨ ਕਰਾਵਨ ਸਭ ਕਿਛ ਤੁਮ ਹੀ, ਤੁਮ ਸਮਰੱਥ ਨਾਹੀ ਅਨਹੋਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਸੇ ਸੇਵਕ ਜਿਨ ਭਾਗ ਮਥੋਰੀ। ਆਪਣੇ ਸੇਵਕ ਸੰਗ ਤੁਮ ਪ੍ਰਭ ਜਾਤੇ, ਓਤ ਪੋਤ ਭਗਤਨ ਸੰਗ ਜੋਰੀ। ਪਿਰੋ ਪਿਰੋ ਨਾਮ ਤੇਰਾ ਦਰਸ਼ਨ ਚਾਹੈ, ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਾਨ ਕਈ ਮੈਂ ਲੱਖ ਕਰੋਰੀ। ਜਾਂ ਕਹੀਐ ਪ੍ਰਗਟ ਪ੍ਰਭ ਹੋਆ, ਅਨ ਦਿਨ ਕੀਰਤਨ ਰਸ ਨਰ ਮੋਰੀ। ਤੁਮ ਸਮਰੱਥ ਅਪਾਰ ਅਤ ਊਚੇ, ਸੁਖ ਦਾਤੇ ਪ੍ਰਭ ਪ੍ਰਾਨ ਅਧੂਰੀ। ਨਾਨਕ ਕੋ ਪ੍ਰਭ ਕੀਜੈ ਕਿਰਪਾ, ਉਨ ਸੰਤਨ ਕੈ ਸੰਗ ਸੰਗੋਰੀ। ਨਾਨਕ ਕੋ ਪ੍ਰਭ ਕੀਜੈ ਕਿਰਪਾ, ਉਨ ਸੰਤਨ ਕੈ ਸੰਗ ਸੰਗੋਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਮਝਾ ਰਹੇ ਹਨ। ਦਇਆ ਮਇਆ ਕਰ ਪ੍ਰਾਨ ਪਤ ਮੋਰੇ। ਹੇ ਮੋਰੇ, ਹੇ ਸਾਡੇ ਪ੍ਰਾਨ ਪਤ, ਪ੍ਰਾਣਾਂ ਦੇ ਪਤੀ, ਸਵਾਸਾਂ ਦੇ ਪਤੀ, ਦਇਆ ਦਿਆਲਤਾ ਦੇ ਸਰੂਪ ਪਰਮੇਸ਼ਰ, ਸਾਡੇ ਤੇ ਮਇਆ ਕਿਰਪਾ ਮਿਹਰਬਾਨੀ ਕਰੋ। ਹੇ ਪ੍ਰਭੂ, ਮੋਹੇ ਅਨਾਥ ਸਰਨ ਪ੍ਰਭ ਤੋਰੀ। ਮੋਹੇ ਮੈਨੂੰ ਅਨਾਥ ਯਤੀਮ ਨੂੰ, ਗਰੀਬ ਨੂੰ ਤੋਰੀ। ਤੁਹਾਡੀ ਹੀ ਸਰਨ, ਤੁਹਾਡੀ ਹੀ ਓਟ ਦਾ ਆਸਰਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਸਮਝਾ ਰਹੇ ਹਨ ਕਿ ਜੇ ਜੀਵ ਦੀ ਇਹ ਦ੍ਰਿਸ਼ਟੀ ਬਣ ਜਾਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਅਰਦਾਸਾਂ ਬੇਨਤੀਆਂ ਕਰੇ, ਪਰ ਅੰਦਰੋਂ ਇਸ ਦਿਓ ਹੰਕਾਰ ਨਹੀਂ ਜਾਂਦਾ, ਮੈਂ ਮੇਰੀ ਨਹੀਂ ਜਾਂਦੀ। ਮਹਾਰਾਜ ਜੀ ਆਪਣੀ ਦਸ਼ਾ ਸਮਝਾ ਕੇ ਇਸ ਮਨੁੱਖ ਨੂੰ ਸਮਝਾਉਂਦੇ ਹਨ ਕਿ ਇਸ ਦ੍ਰਿਸ਼ਟੀ 'ਤੇ ਆ ਜਾ, ਕਿ ਦਇਆ ਭਾਵਨਾ ਧਾਰਨ ਕਰ ਲੈ, ਹੰਕਾਰ ਛੱਡ ਦੇ। ਮਹਾਰਾਜ ਜੀ ਕਹਿਣ ਲੱਗੇ, ਦਇਆ ਮਇਆ ਕਰ ਪ੍ਰਾਨ ਪਤ ਮੋਰੇ, ਕਿ ਹੇ ਮੋਰੇ ਸਾਡੇ ਪ੍ਰਾਨ ਪਤ, ਪ੍ਰਾਣਾਂ ਦੇ ਪਤੀ, ਸਵਾਸਾਂ ਦੇ ਪਤੀ, ਦਇਆ ਦਿਆਲਤਾ ਦੇ ਸਰੂਪ ਪਰਮੇਸ਼ਰ, ਸਾਡੇ 'ਤੇ ਮਇਆ ਮਿਹਰਬਾਨੀ ਕਿਰਪਾ ਕਰੋ। ਮੋਹੇ ਅਨਾਥ ਸਰਨ ਪ੍ਰਭ ਤੋਰੀ, ਕਿ ਹੈ ਪ੍ਰਭੂ, ਮੋਹੇ ਮੈਨੂੰ ਅਨਾਥ ਨੂੰ, ਯਤੀਮ ਨੂੰ, ਗਰੀਬ ਨੂੰ ਤੁਹਾਡੀ ਹੀ ਓਟ ਹੈ, ਤੁਹਾਡਾ ਹੀ ਆਸਰਾ ਹੈ। ਕਿ ਅੰਧਕੂਪ ਮੈਂ ਰਾਖ ਦੇ, ਅੰਧਕੂਪ ਮੈਂ ਹਾਥ ਦੇ ਰਾਖੋ। ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਪਰਮੇਸ਼ਰ ਅੱਗੇ ਬੇਨਤੀਆਂ ਕਰਦੇ ਹਨ ਕਿ ਹੇ ਮਹਾਰਾਜ, ਇਸ ਸੰਸਾਰ ਰੂਪੀ ਅੰਧ ਅੰਨੇ ਕੂਪ ਖੂਹ ਦੇ ਵਿੱਚੋਂ ਆਪਣਾ ਕਿਰਪਾ ਰੂਪੀ ਹੱਥ ਦੇ ਕਰਕੇ ਰੱਖਣਾ ਕਰੋ। ਅੰਧਕੂਪ ਮੈਂ ਹੱਥ ਦੇ ਰਾਖੋ, ਕਿ ਹੇ ਮਹਾਰਾਜ, ਇਸ ਸੰਸਾਰ ਰੂਪੀ ਅੰਨੇ ਖੂਹ ਦੇ ਵਿੱਚੋਂ ਆਪਣਾ ਕਿਰਪਾ ਰੂਪੀ ਹੱਥ ਦੇ ਕਰਕੇ ਰੱਖਣਾ ਕਰੋ। ਕਿਉਂਕਿ ਕਸੂ ਸਿਆਨਪ ਉਕਤ ਨਾ ਮੋਰੀ, ਕਿਉਂਕਿ ਮੋਰੀ ਮੇਰੀ ਬੁੱਧੀ ਦੀ ਕਸੂ ਕੋਈ ਸਿਆਣਪ ਚਤਰਾਈ ਨਹੀਂ ਹੈ, ਅਤੇ ਨਾ ਹੀ ਬਾਣੀ ਦੀ ਕੋਈ ਦਲੀਲ ਤਜਵੀਜ਼ ਹੈ, ਕਿ ਨਾ ਕੋਈ ਬਾਣੀ ਦੀ ਬੋਲਣ ਦੀ ਤਜਵੀਜ਼ ਹੈ ਮੈਨੂੰ। ਕਿ
ਅੰਧ ਕੂਪ ਮੈਂ ਹਾਥ ਦੇ ਰਾਖੋ, ਕਸੂ ਸਿਆਣਪ ਉਕਤ ਨਾ ਮੋਰੀ। हे ਮਹਾਰਾਜ, ਇਸ ਸੰਸਾਰ ਰੂਪੀ ਅੰਧ ਅੰਨੇ ਕੂਪ ਖੂਬ ਦੇ ਵਿੱਚੋਂ ਆਪਣਾ ਕਿਰਪਾ ਰੂਪੀ ਹੱਥ ਦੇ ਕਰਕੇ ਰੱਖਣਾ ਕਰੋ, ਕਿਉਂਕਿ ਕਸੂ ਸਿਆਣਪ ਉਕਤ ਨਾ ਮੋਰੀ। ਮੋਰੀ ਮੇਰੀ ਬੁੱਧੀ ਦੀ ਕੋਈ ਸਿਆਣਪ ਚਤਰਾਈ ਨਹੀਂ ਹੈ, ਅਤੇ ਨਾ ਹੀ ਬਾਣੀ ਦੀ ਕੋਈ ਉਕਤ ਦਲੀਲ ਤਜਵੀਜ਼ ਹੈ। ਨਾ ਹੀ ਮੇਰੇ ਕੋਲੇ ਮੂੰਹ ਦੇ ਨਾਲ ਬੋਲਣ ਵਾਲੀ ਕੋਈ ਤਜਵੀਜ਼ ਹੈ ਕਿ ਮਹਾਰਾਜ ਜੀ ਰਹਾਓ ਵਿਸ਼ਰਾਮ ਦੇ ਕੇ ਅੱਗੇ ਸਮਝਾ ਰਹੇ ਹਨ। ਕਰਨ ਕਰਾਵਨ ਸਭ ਕਿਸ ਤੁਮ ਹੀ, ਤੁਮ ਸਮਰੱਥ ਨਾਹੀ ਅਨਹੋਰੀ। ਕਰਨ ਕਰਾਵਨ ਸਭ ਕਿਸ ਤੁਮ ਹੀ। हे ਮਹਾਰਾਜ, ਸਾਰੇ ਕਾਰਜਾਂ ਨੂੰ ਕਰਨ ਵਾਲੇ ਅਤੇ ਬ੍ਰਹਮਾ ਆਦਿਕ ਨੂੰ ਪ੍ਰੇਰ ਕੇ ਕਰਾਉਣ ਵਾਲੇ ਸਾਰਾ ਕੁਝ ਤੁਸੀਂ ਹੀ ਜਾਣਦੇ ਹੋ। ਕਰਨ ਕਰਾਵਨ ਸਭ ਕਿਛ ਤੁਮ ਹੀ। हे ਪਰਮੇਸ਼ਰ, ਸਾਡੇ ਕਾਰਜਾਂ ਨੂੰ ਕਰਨ ਵਾਲੇ ਤੇ ਬ੍ਰਹਮਾ ਆਦਿਕ ਨੂੰ ਪ੍ਰੇਰ ਕੇ ਕਰਾਉਣ ਵਾਲੇ ਸਭ ਸਾਰਾ ਕੁਝ ਤੁਸੀਂ ਹੀ ਜਾਣਦੇ ਹੋ। ਤੁਸੀਂ ਹੀ ਸਮਰੱਥ ਸ਼ਕਤੀਵਾਨ ਹੋ। ਆਪ ਜੀ ਦੇ ਤੁਲ, ਆਪ ਜੀ ਦੇ ਤੁਮ ਸਮਰੱਥ ਨਾਹੀ ਅਨਹੋਰੀ। ਆਪ ਜੀ ਦੇ ਤੁਲ ਅਨ ਦੂਜਾ ਹੋਰ ਕੋਈ ਨਹੀਂ ਹੈ ਕਿ ਤੁਸੀਂ ਹੀ ਸਾਰੇ ਕਾਰਜਾਂ ਨੂੰ ਕਰਨ ਵਾਲੇ ਤੇ ਬ੍ਰਹਮਾ ਆਦਿਕ ਤੋਂ ਕਰਾਉਣ ਵਾਲੇ ਹੋ। ਤੁਮਰੀ ਗਤ ਮਿਤ ਤੁਮ ਹੀ ਜਾਨੀ। हे ਪਰਮੇਸ਼ਰ, ਤੁਹਾਡੀ ਗਤ ਪ੍ਰਾਪਤੀ ਦੀ ਮਿਤ ਮਰਜ਼ਾਦਾ ਤੁਸੀਂ ਹੀ ਜਾਣਨਾ ਕੀਤੀ ਹੈ। ਤੁਮਰੀ ਗਤ ਮਿਤ ਤੁਮ ਹੀ ਜਾਨੀ। हे ਮਹਾਰਾਜ, ਤੁਹਾਡੀ ਪ੍ਰਾਪਤੀ ਦੀ ਮਰਜ਼ਾਦਾ ਤੁਸੀਂ ਹੀ ਜਾਣਨਾ ਕੀਤੀ ਹੈ। ਸੇ ਸੇਵਕ ਜਿਨ ਭਾਗ ਮਥੋਰੀ। ਕਿ ਉਹੀ ਤੁਹਾਡੇ ਸੇਵਕ ਦਾਸ ਬਣੇ ਹਨ, ਜਿਨ੍ਹਾਂ ਦੇ ਮਥੋਰੀ ਮੱਥੇ ਉੱਪਰ ਸ੍ਰੇਸ਼ਟ ਭਾਗ ਸ੍ਰੇਸ਼ਟ ਕਰਮ ਹਨ। ਕਿ ਤੁਮਰੀ ਗਤਮਿਤ ਤੁਮ ਹੀ ਜਾਨੀ, ਸੇ ਸੇਵਕ ਜਿਨ ਭਾਗ ਮਥੋਰੀ। ਹੈ ਮਹਾਰਾਜ, ਤੁਹਾਡੀ ਪ੍ਰਾਪਤੀ ਦੀ ਮਰਜ਼ਾਦਾ ਤੁਸੀਂ ਹੀ ਜਾਣਨਾ ਕੀਤੀ ਹੈ। ਪਿੱਛੇ ਜਾਣੀ ਸੀ, ਅੱਗੇ ਨੂੰ ਵੀ ਜਾਣੋਗੇ। ਉਹ ਹੀ ਤੁਹਾਡੇ ਸੇਵਕ ਦਾਸ ਬਣੇ ਹਨ, ਜਿਨ੍ਹਾਂ ਦੇ ਮੱਥੇ ਉੱਪਰ ਸ੍ਰੇਸ਼ਟ ਭਾਗ ਸ੍ਰੇਸ਼ਟ ਕਰਮ ਲਿਖੇ ਹਨ। ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ। हे ਪਰਮੇਸ਼ਰ, ਤੁਸੀਂ ਆਪਣੇ ਸੇਵਕ ਦਾਸਾਂ ਦੇ ਨਾਲ ਰਾਤੇ ਰੰਗੇ ਹੋਏ ਹੋ। ਓਤ ਪੋਤ ਭਗਤਨ ਸੰਗ ਰਾਤੇ। ਅਤੇ ਓਤ ਪੋਤ ਤਾਣੇ ਪੇਟੇ ਦੀ ਨਿਆਈ ਭਗਤਾਂ ਦੇ ਨਾਲ ਤੁਸੀਂ ਪ੍ਰੀਤੀ ਜੋੜੀ ਹੋਈ ਹੈ। ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ, ਓਤ ਪੋਤ ਭਗਤਨ ਸੰਗ ਰਾਤੇ। हे ਪਰਮੇਸ਼ਰ, ਤੁਸੀਂ ਆਪਣੇ ਸੇਵਕਾਂ ਦੇ ਨਾਲ ਰੰਗੇ ਹੋਏ ਹੋ ਅਤੇ ਓਤ ਪੋਤ ਤਾਣੇ ਪੇਟੇ ਦੀ ਨਿਆਈ ਭਗਤਾਂ ਦੇ ਨਾਲ ਤੁਸੀਂ ਪ੍ਰੀਤੀ ਜੋੜੀ ਹੋਈ ਹੈ। ਭਗਤਾਂ ਨੇ ਤੁਹਾਡੇ ਨਾਲ ਪ੍ਰੀਤੀ ਜੋੜੀ ਹੋਈ ਹੈ। ਜੈਸੇ ਤਾਣਾ ਪੇਟਾ ਹੁੰਦਾ ਹੈ, ਭਗਤ ਤੇ ਤੁਸੀਂ ਇੱਕ ਮਿਕ ਹੋਏ ਹੋ। ਪਿਰੋ ਪਿਰੋ ਨਾਮ ਤੇਰਾ ਦਰਸ਼ਨ ਚਾਹੈ। ਜਿਸ ਪ੍ਰਕਾਰ ਪਿਰੋ ਪਿਰੋ ਕੇ ਪਿਰੋ ਪਪੀਹਾ ਸਵਾਤੀ ਬੂੰਦ ਨੂੰ ਚਾਹੁੰਦਾ ਹੈ, ਪਿਰੋ ਪਿਰੋ ਕਰਦਾ ਹੈ, ਇਸੇ ਪ੍ਰਕਾਰ ਪ੍ਰੇਮ ਨਾਲ हे ਪ੍ਰਾਣਾ ਦੇ ਪਤੀ ਪਰਮੇਸ਼ਰ, ਆਪ ਦੇ ਨਾਮ ਨੂੰ ਉਚਾਰਦੇ ਹੋਏ ਦਰਸ਼ਨ ਚਾਹੈ, ਤੁਹਾਡਾ ਦਰਸ਼ਨ ਤੁਹਾਡਾ ਦੀਦਾਰ ਚਾਹੁੰਦੇ ਹਾਂ। ਅਤੇ ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ। ਅਤੇ ਜੈਸੇ ਜਿਸ ਪ੍ਰਕਾਰ ਚਕੋਰੀ ਚਕੋਰ ਦੀ ਮਦੀਨ ਉਸ ਚੰਦ ਉਸ ਚੰਦਰਮਾ ਨੂੰ ਬਿਰਤੀ ਟਿਕਾ ਕੇ ਦੇਖਦੀ ਰਹਿੰਦੀ ਹੈ, ਇਸੇ ਤਰ੍ਹਾਂ ਚਕੋਰ ਦੀ ਨਿਆਈ ਸਾਡੀ ਬਿਰਤੀ ਚੰਦਰਮਾ ਦੀ ਨਿਆਈ ਤੁਹਾਡੇ ਸਰੂਪ ਵਿੱਚ ਲੱਗੀ ਰਹਿੰਦੀ ਹੈ। ਭਾਵ ਸਦਾ ਹੀ ਆਪ ਜੀ ਦੇ ਵੱਲ ਧਿਆਨ ਲੱਗਿਆ ਰਹਿੰਦਾ ਹੈ, ਦ੍ਰਿਸ਼ਟੀ ਲੱਗੀ ਰਹਿੰਦੀ ਹੈ।
पिरो पिरो नाम तेरा दर्शन चाहै, जैसे दृष्ट ओह चंद चकोरी। जिस प्रकार बपीहा ਸਵਾਂਤੀ ਬੂੰਦ ਨੂੰ ਚਾਹੁੰਦਾ ਹੈ, ਪਿਰੋ ਪਿਰੋ ਕਰਦਾ ਹੈ, ਇਸੇ ਪ੍ਰਕਾਰ ਪ੍ਰੇਮ ਨਾਲ ਇਹ ਪ੍ਰਾਣਾ ਦੇ ਪਤੀ ਪਰਮੇਸ਼ਰ ਆਪ ਦੇ ਨਾਮ ਨੂੰ ਉਚਾਰਦੇ ਹੋਏ ਤੁਹਾਡਾ ਦਰਸ਼ਨ, ਤੁਹਾਡਾ ਦੀਦਾਰ ਚਾਹੁੰਦੇ ਹਾਂ। ਅਤੇ ਜਿਸ ਪ੍ਰਕਾਰ ਚਕੋਰ ਦੀ ਮਦੀਨ ਉਸ ਚੰਦਰਮਾ ਨੂੰ ਬਿਰਤੀ ਟਿਕਾ ਕੇ ਦੇਖਦੀ ਰਹਿੰਦੀ ਹੈ, ਇਸੇ ਤਰ੍ਹਾਂ ਚਕੋਰ ਦੀ ਨਿਆਈ ਸਾਡੀ ਬਿਰਤੀ ਚੰਦਰਮਾ ਦੀ ਨਿਆਈ ਤੁਹਾਡੇ ਸਰੂਪ ਵਿੱਚ ਲੱਗੀ ਰਹਿੰਦੀ ਹੈ। ਭਾਵ ਸਦਾ ਹੀ ਆਪ ਜੀ ਦੇ ਵੱਲ ਧਿਆਨ ਲੱਗਿਆ ਰਹਿੰਦਾ ਹੈ, ਦ੍ਰਿਸ਼ਟੀ ਲੱਗੀ ਰਹਿੰਦੀ ਹੈ ਕਿ ਰਾਮ ਸੰਤ ਮੈਂ ਭੇਦ ਕਿਸ ਨਾਹੀ। ਰਾਮ ਰਵੇਂ ਹੋਏ ਪਰਮੇਸ਼ਰ ਅਤੇ ਸੰਤ ਸਾਤ ਆਤਮਾ ਮਹਾਂਪੁਰਖਾਂ ਵਿੱਚ ਕੁਝ ਵੀ ਭੇਦ, ਕੁਝ ਵੀ ਫਰਕ ਨਹੀਂ ਹੈ। ਰਾਮ ਸੰਤ ਮੈਂ ਭੇਦ ਕਿਸ ਨਾਹੀ ਕਿ ਪਰਮੇਸ਼ਰ ਅਤੇ ਸੰਤ ਸਾਤ ਆਤਮਾ ਮਹਾਂਪੁਰਖਾਂ ਵਿੱਚ ਕੁਝ ਵੀ ਫਰਕ ਨਹੀਂ ਹੈ। ਪਰ ਏਕ ਜਨ ਕਈ ਮੈਂ ਲੱਖ ਕਰੋੜੀ, ਪਰ ਕਈ ਅਨੇਕਾਂ ਲੱਖਾਂ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੀ ਪੁਰਸ਼ ਹੈ, ਇੱਕ ਅੱਧਾ ਹੀ ਬ੍ਰਹਮ ਗਿਆਨੀ ਹੈ। ਜਿਸ ਬ੍ਰਹਮ ਗਿਆਨੀ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ, ਉਹ ਕਰੋੜਾਂ ਦੇ ਵਿੱਚੋਂ ਕੋਈ ਬਿਰਲਾ ਹੀ ਹੈ। ਪਰ ਫਰਕ ਉਹਨਾਂ ਦਾ, ਪਰਮੇਸ਼ਰ ਦਾ ਤੇ ਬ੍ਰਹਮ ਗਿਆਨੀ ਦਾ, ਪਰਮੇਸ਼ਰ ਦੇ ਨਾਲ ਜੁੜਨ ਵਾਲੇ ਸਾਤ ਆਤਮਾ ਵਾਲੇ ਮਹਾਂਪੁਰਖਾਂ ਦਾ ਫਰਕ ਕੋਈ ਨਹੀਂ। ਪਰ ਏਕ ਜਾਨ ਕਈ ਮੈਂ ਲੱਖ ਕਰੋੜੀ ਕਿ ਪਰ ਕਈ ਅਨੇਕਾਂ ਲੱਖ ਲੱਖਾਂ ਕਰੋੜੀ ਕਰੋੜਾਂ ਵਿੱਚ ਕੋਈ ਇੱਕ ਅੱਧਾ ਹੀ ਪੁਰਸ਼ ਹੈ, ਇੱਕ ਅੱਧਾ ਹੀ ਬ੍ਰਹਮ ਗਿਆਨੀ ਹੈ, ਜਿਸ ਦੇ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ। ਕੋਟਨ ਮੈਂ ਕੋ ਨਾ ਰਹਿਣ ਜੇ ਚੀਤ ਕਿ ਕਰੋੜਾਂ ਦੇ ਵਿੱਚੋਂ ਕੋਈ ਬਿਰਲਾ ਹੀ ਹੁੰਦਾ ਹੈ, ਜਿਸ ਦੇ ਚਿੱਤ ਦੇ ਵਿੱਚ, ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੁੰਦਾ ਹੈ। ਅੱਗੇ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਾਂ ਕੈ ਹੀ ਹੈ ਪ੍ਰਗਟ ਪ੍ਰਭ ਹੋਆ, ਆਨੰਦਨ ਕੀਰਤਨ ਰਸਨ ਬ੍ਰਹਮੋਰੀ। ਜਾਂ ਕੈ ਹੀ ਹੈ ਪ੍ਰਗਟ ਪ੍ਰਭ ਹੋਆ, ਜਾਂ ਕੈ ਕਿ ਜਾਂ ਜਿਨ੍ਹਾਂ ਦੇ ਹੀ ਹੈ ਹਿਰਦੇ ਵਿੱਚ ਮੇਰਾ ਪ੍ਰਭੂ, ਮੇਰਾ ਵਾਹਿਗੁਰੂ ਪ੍ਰਗਟ ਹੋ ਗਿਆ ਹੈ। ਆਨ ਦਿਨ ਕੀਰਤਨ ਰਸ ਨਰ ਮੋਰੀ, ਉਹ ਆਨ ਦਿਨ ਰਾਤ ਦਿਨ ਪਰਮੇਸ਼ਰ ਦੇ ਕੀਰਤਨ, ਪਰਮੇਸ਼ਰ ਦੇ ਜਸ ਨੂੰ ਰਸ ਨਰ ਮੋਰੀ, ਰਸਨ ਰਸਨਾ ਨਾਲ, ਜਿਹਬਾ ਨਾਲ ਰਮੋਰੀ ਉਚਾਰਦੇ ਰਹਿੰਦੇ ਹਨ। ਉਹ ਹੋਰਨਾਂ ਨੂੰ ਕਹਿੰਦੇ ਹਨ ਕਿ ਰਮੋਰੀ, ਰੀ ਹੈ ਜਗਿਆਸੂ ਰੂਪੀ ਸਖੀਓ, ਵਾਹਿਗੁਰੂ ਦੇ ਕੀਰਤਨ ਨੂੰ ਰਮੋ ਉਚਾਰਨਾ ਕਰੋ, ਉਸ ਪਰਮੇਸ਼ਰ ਦਾ ਨਾਮ ਜਪਣਾ ਕਰੋ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਮੇਰਾ ਵਾਹਿਗੁਰੂ ਪ੍ਰਗਟ ਹੋਇਆ ਹੈ, ਪ੍ਰਤੱਖ ਹੋ ਗਿਆ ਹੈ, ਉਹ ਆਨ ਦਿਨ ਰਾਤ ਦਿਨ ਪਰਮੇਸ਼ਰ ਦੇ ਕੀਰਤਨ, ਪਰਮੇਸ਼ਰ ਦੇ ਜਸ ਨੂੰ ਰਸਨਾ ਦੇ ਨਾਲ ਉਚਾਰਦੇ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਹੇ ਜਗਿਆਸੂ ਸਖੀਓ, ਵਾਹਿਗੁਰੂ ਦੇ ਕੀਰਤਨ ਨੂੰ ਉਚਾਰਨਾ ਕਰੋ, ਪਰਮੇਸ਼ਰ ਦੀ ਸਿਫਤ ਸਲਾਹ ਕਰਨਾ ਕਰੋ। ਤੁਮ ਸਮਰੱਥ ਅਪਾਰ ਅਤ ਉੱਚੇ, ਸੁਖ ਦਾਤੇ ਪ੍ਰਭ ਪ੍ਰਾਨ ਅਧੂਰੀ। ਮਹਾਰਾਜ ਜੀ ਕਹਿਣ ਲੱਗੇ, ਹੇ ਮਹਾਰਾਜ, ਤੁਸੀਂ ਸਮਰੱਥ ਸਰਬ ਸ਼ਕਤੀਵਾਨ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਅਤ ਅਤਿਅੰਤ ਹੀ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਤੋਂ ਉੱਚੇ ਹੋ। ਤੁਮ ਸਮਰੱਥ ਅਪਾਰ ਅਤ ਉੱਚੇ ਕਿ ਹੇ ਮਹਾਰਾਜ, ਤੁਸੀਂ ਸਮਰੱਥ ਸਰਬ ਸ਼ਕਤੀਵਾਨ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਅਤ ਅਤਿਅੰਤ ਹੀ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕਾਂ ਤੋਂ ਉੱਚੇ ਹੋ। ਸੁਖ ਦਾਤੇ ਪ੍ਰਭ ਪ੍ਰਾਨ ਉਧਾਰੀ ਅਧੂਰੀ ਕਿ ਹੇ ਪ੍ਰਭੂ, ਆਪ ਸਾਰੇ ਸੁਖ ਦਾਤੇ, ਸੁੱਖਾਂ ਨੂੰ ਦੇਣ ਵਾਲੇ ਦਾਤੇ ਹੋ। ਸਾਡੇ ਪ੍ਰਾਣਾਂ ਦੇ ਅਧੂਰੀ
आसरा रूप हों। नानक को प्रभ कीजै कृपा, उन संतन कै संग संगोरी। नानक को प्रभ कीजै कृपा, उन संतन कै संग संगोरी। सतਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ, ਇਉਂ ਬੇਨਤੀ ਕਰ ਕਿ हे ਮੇਰੇ ਪ੍ਰਭੂ ਪਰਮੇਸ਼ਰ, ਸਾਡੇ ਤਾਈਂ ਦਇਆ ਦ੍ਰਿਸ਼ਟੀ ਕਰੋ। ਉਹਨਾਂ ਸੰਤਨ, ਉਹਨਾਂ ਮਹਾਂਪੁਰਖਾਂ ਦੇ ਨਾਲ ਸੰਗੋਰੀ ਸੰਗਤ ਕਰਦੇ ਰਹੀਏ। ਉਹਨਾਂ ਮਹਾਂਪੁਰਖਾਂ ਦੀ ਸੰਗੋਰੀ ਸੰਗਤ ਦਾ ਸਾਨੂੰ ਸੰਗ ਬਣਿਆ ਰਹੇ, ਸਾਨੂੰ ਸੰਗੀ ਬਣਾਉਣਾ ਕਰੋ। ਨਾਨਕ ਕੋ ਪ੍ਰਭ ਕੀਜੈ ਕਿਰਪਾ, ਉਨ ਸੰਤਨ ਕੈ ਸੰਗ ਸੰਗੋਰੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ, ਇਉਂ ਬੇਨਤੀ ਕਰ ਕਹਿ ਕਿ हे ਮੇਰੇ ਪ੍ਰਭੂ ਪਰਮੇਸ਼ਰ, ਸਾਡੇ ਤਾਈਂ ਦਇਆ ਦ੍ਰਿਸ਼ਟੀ ਕਰੋ। ਉਹਨਾਂ ਸੰਤਾਂ, ਉਹਨਾਂ ਮਹਾਂਪੁਰਖਾਂ ਦੇ ਨਾਲ ਸੰਗੋਰੀ ਸੰਗਤ ਕਰਦੇ ਰਹੀਏ। ਉਹਨਾਂ ਮਹਾਂਪੁਰਖਾਂ ਦੀ ਸੰਗਤ ਦਾ ਸਾਨੂੰ ਸੰਗੀ ਬਣਾਉਣਾ ਕਰੋ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਤ ਸੰਗਤ ਦੇ ਨਾਲ ਮਿਲਣ ਦਾ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਅਗਲੇ ਸ਼ਬਦ ਦੇ ਵਿੱਚ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ। ਗੌੜੀ ਮਹੱਲਾ ਪੰਜਵਾ, ਤੁਮ ਹਰ ਸੇਤੀ ਰਾਤੇ ਸੰਤੋ, ਨਿਵਾਹੇ ਲੇਹੋ ਮੋਕੋ ਪੁਰਖ ਵਿਧਾਤੇ। ਓੜ ਪਹੁੰਚਾਬਹੁ ਦਾਤੇ ਰਹਾਓ, ਤੁਮਰਾ ਮਰਮ ਤੁਮਾ ਹੀ ਜਾਣਿਆ। ਤੁਮ ਪੂਰਨ ਪੁਰਖ ਵਿਧਾਤੇ, ਰਾਖੋ ਸਰਨ ਅਨਾਥ ਦੀਨ ਕੋ। ਕਰੋ ਹਮਾਰੀ ਗਾਤੇ, ਤਾਰਨ ਸਾਗਰ ਬੋਹਿਤ ਚਰਨ ਤੁਮਾਰੇ। ਤੁਮ ਜਾਨੋ ਆਪਣੀ ਭਾਂਤੇ, ਕਰ ਕਿਰਪਾ ਜਿਸ ਰਾਖੋ ਸੰਗੇ। ਤੇ ਪਾਰ ਪਰਾਤੇ, ਈਤ ਊਤ ਪ੍ਰਭ ਤੁਮ ਸਮਰੱਥਾ। ਸਭ ਕਿਸ ਤੁਮਰੈ ਹਾਥੇ, ਐਸਾ ਨਿਧਾਨ ਦੇਹੋ ਮੋਕੋ। ਐਸਾ ਨਿਧਾਨ ਦੇਹੋ ਮੋਕੋ, ਹਰ ਜਨ ਚੱਲੈ ਹਮਾਰੈ ਸਾਥੇ। ਨਿਰਗੁਣ ਆਰੇ ਕੋ ਗੁਣ ਕੀਜੈ, ਹਰ ਨਾਮ ਮੇਰਾ ਮਨ ਜਾਪੇ। ਸੰਤ ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਧਰਾਪੇ। ਸੰਤ ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਧਰਾਪੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਇੱਕ ਵਾਰੀ ਸਤਿਗੁਰਾਂ ਕੋਲ ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਸਾਡਾ ਉਧਾਰ ਕਿਵੇਂ ਹੋਏਗਾ। ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਅੱਗੋਂ ਫਰਮਾਨ ਕਰਦੇ ਹਨ ਕਿ हे ਭਾਈ, ਪਰਮੇਸ਼ਰ ਦੇ ਸੰਤਾਂ ਭਗਤਾਂ ਦੇ ਅੱਗੇ ਇਸ ਪ੍ਰਕਾਰ ਬੇਨਤੀ ਕਰੋ ਕਿ ਤੁਮ ਹਰ ਸੇਤੀ ਰਾਤੇ ਸੰਤੋ, ਕਿ ਕਹਿਣਾ ਕਰੋ हे ਸੰਤੋ ਸੰਤ ਜਨੋ, ਤੁਸੀਂ ਹਰੀ ਪਰਮੇਸ਼ਰ ਦੇ ਸੇਤੀ, ਹਰੀ ਪਰਮੇਸ਼ਰ ਦੇ ਨਾਲ ਰਾਤੇ ਰੰਗੇ ਹੋਏ ਹੋ। ਤੁਮ ਹਰ ਸੇਤੀ ਰਾਤੇ ਸੰਤੋ, हे ਸੰਤੋ ਸੰਤ ਜਨੋ, ਤੁਸੀਂ ਹਰੀ ਪਰਮੇਸ਼ਰ ਦੇ ਸੇਤੀ, ਹਰੀ ਪਰਮੇਸ਼ਰ ਦੇ ਨਾਲ ਰੰਗੇ ਹੋਏ ਹੋ। ਨਿਵਾਹੇ ਲੇਹੋ ਮੋਕੋ ਪੁਰਖ ਵਿਧਾਤੇ, ਕਿ ਮੋਕੋ ਮੈਨੂੰ ਵੀ ਆਪਣੇ ਨਾਲ ਨਿਵਾਹੇ, ਕਿ ਨਿਵਾਹੇ ਲੇਹੋ ਚਲਾਉਣਾ ਕਰੋ, ਕਿ ਮੈਨੂੰ ਵੀ ਆਪਣੇ ਨਾਲ ਚਲਾਉਣਾ ਕਰੋ। ਅਤੇ ਪੁਰਖ ਵਿਧਾਤੇ, ਅਤੇ ਉਸ ਪੁਰਖ ਪੂਰਨ ਸੰਸਾਰ ਨੂੰ ਰਚਣ ਵਾਲੇ ਪਰਮੇਸ਼ਰ ਦੀ ਓੜ ਪਹੁੰਚਾਵੋ ਦਾਤੇ। ਓੜ ਸਰਨ ਆਸਰਾ ਦੇ ਕੇ ਉਸ ਦਾਤੇ, ਦਾਤਾਰ ਪਰਮੇਸ਼ਰ ਦੇ ਸਰੂਪ ਵਿੱਚ ਮੈਨੂੰ ਪਹੁੰਚਾਉਣਾ ਕਰੋ। ਨਿਵਾਹੇ ਲੇਹੋ ਮੋਕੋ ਪੁਰਖ ਵਿਧਾਤੇ, ਓੜ ਪਹੁੰਚਾਵੋ ਦਾਤੇ, ਕਿ ਮੋਕੋ ਮੈਨੂੰ ਵੀ ਆਪਣੇ ਨਾਲ ਚਲਾਉਣਾ ਕਰੋ। ਅਤੇ ਉਸ ਪੂਰਨ
ਸੰਸਾਰ ਨੂੰ ਰਚਣ ਵਾਲੇ ਪਰਮੇਸ਼ਰ ਦੀ ਸਰਨ, ਪਰਮੇਸ਼ਰ ਦੀ ਓੜ ਸਰਨ ਆਸਰਾ ਦੇ ਕੇ ਉਸ ਦਾਤੇ, ਉਸ ਦਾਤਾਰ ਪਰਮੇਸ਼ਰ ਦੇ ਸਰੂਪ ਵਿੱਚ ਮੈਨੂੰ ਪਹੁੰਚਾਵੋ, ਪਹੁੰਚਾਉਣਾ ਕਰੋ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਹਨ, ਤੁਮਰਾ ਮਰਮ ਤੁਮਾ ਹੀ ਜਾਣਿਆ, ਤਮ ਪੂਰਨ ਪੁਰਖ ਵਿਧਾਤੇ। ਹੇ ਸੰਤ ਜਨੋ, ਤੁਮਰਾ ਮਰਮ, ਤੁਹਾਡੇ ਮਰਮ ਭੇਤ ਨੂੰ ਤੁਸੀਂ ਹੀ ਜਾਣਦੇ ਹੋ। ਤੁਮਰਾ ਮਰਮ ਤੁਮਾ ਹੀ ਜਾਣਿਆ। ਹੇ ਸੰਤ ਜਨੋ, ਕਿ ਤੁਹਾਡਾ ਮਰਮ, ਤੁਹਾਡਾ ਭੇਤ ਨੂੰ ਤੁਸੀਂ ਹੀ ਜਾਣਦੇ ਹੋ, ਕਿ ਤੁਸੀਂ ਹੀ ਸੋਭ ਗੁਣਾ ਨਾਲ ਪੂਰਨ ਪੁਰਖ ਵਿਧਾਤੇ, ਪੂਰਨ ਭਰੇ ਹੋਏ ਹੋ। ਪੁਰਖ ਵਿਆਪਕ ਵਿਧਾਤੇ, ਰਚਨ ਵਾਲੇ ਫਲਵਰ ਦਾਤੇ ਦਾ ਸਰੂਪ ਹੀ ਹੋ, ਉਸ ਵਿੱਚ ਮਿਲੇ ਹੋਏ ਹੋ। ਰਾਖੋ ਸਰਨ ਅਨਾਥ ਦੀਨ ਕੋ, ਕਰੋ ਹਮਾਰੀ ਗਾਤੇ। ਮਹਾਰਾਜ ਜੀ ਕਹਿਣ ਲੱਗੇ, ਹੇ ਸੰਤ ਜਨੋ, ਮੈਨੂੰ ਅਨਾਥ, ਮੈਨੂੰ ਯਤੀਮ, ਮੈਨੂੰ ਦੀਨ ਗਰੀਬ ਨੂੰ ਆਪਣੀ ਸਰਨ, ਆਪਣੀ ਓਟ ਵਿੱਚ ਰੱਖਣਾ ਕਰੋ, ਅਤੇ ਕਰੋ ਹਮਾਰੀ ਗਾਤੇ, ਅਤੇ ਹਮਾਰੀ ਮੇਰੀ ਕਲਿਆਣ ਕਰੋ। ਮੇਰੇ ਸਰੂਪ ਦੇ ਤਾਈਂ ਪ੍ਰਾਪਤੀ ਕਰਾਉਣੀ ਕਰੋ। ਤਰਨ ਸਾਗਰ ਬੋਹਿਤ ਚਰਨ ਤੁਮਾਰੇ, ਤੁਮ ਜਾਨੋ ਆਪਣੀ ਭਾਤੇ। ਸੰਸਾਰ ਸਮੁੰਦਰ ਤੋਂ ਤਰਨ ਹੁੰਦਾ ਪਾਰ ਹੋਣ ਵਾਸਤੇ, ਤੁਹਾਡੇ ਚਰਨ, ਤੁਹਾਡੇ ਭਾਵ ਬੋਹਿਤ ਹੁੰਦਾ ਜਹਾਜ਼ ਰੂਪ ਹਨ। ਤੁਸੀਂ ਆਪਣੀ ਭਾਂਤੇ ਭਾਂਤ ਰੀਤੀ ਨੂੰ ਆਪ ਹੀ ਜਾਣਦੇ ਹੋ। ਭਾਂਤੇ ਪ੍ਰਕਾਰ ਸਰੂਪ ਵਿੱਚ ਤੁਸੀਂ ਮਿਲੇ ਹੋਏ ਹੋ, ਉਸ ਸਰੂਪ ਨੂੰ ਤੁਸੀਂ ਜਾਣਦੇ ਹੋ। ਕਰ ਕਿਰਪਾ ਜਿਸ ਰਾਖੋ ਸੰਗੇ। ਹੇ ਮਹਾਂਪੁਰਖੋ, ਤੁਸੀਂ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਜਿਨ੍ਹਾਂ ਨੂੰ ਆਪਣੇ ਸੰਗੇ, ਜਿਨ੍ਹਾਂ ਨੂੰ ਆਪਣੇ ਨਾਲ ਰੱਖਦੇ ਹੋ, ਤੇ ਪਾਰ ਪਰਾਤੇ, ਤੇ ਉਹ ਹੀ ਸੰਸਾਰ ਸਮੁੰਦਰ ਤੋਂ ਪਾਰ ਪਰਾਤੇ, ਪਾਰ ਪੈ ਜਾਂਦੇ ਹਨ। ਪਿੱਛੇ ਪਾਰ ਪੈ ਗਏ ਸੀ, ਅਗਾਂਹ ਨੂੰ ਵੀ ਪਾਰ ਪੈਣਗੇ। ਕਿ ਹੇ ਮਹਾਂਪੁਰਖੋ, ਤੁਸੀਂ ਦਇਆ ਦ੍ਰਿਸ਼ਟੀ ਕਰਕੇ ਜਿਨ੍ਹਾਂ ਨੂੰ ਆਪਣੇ ਨਾਲ ਰੱਖਦੇ ਹੋ, ਉਹ ਹੀ ਸੰਸਾਰ ਸਮੁੰਦਰ ਤੋਂ ਪਾਰ ਪਰਾਤੇ, ਪਾਰ ਪੈ ਜਾਂਦੇ ਹਨ। ਈਤ ਊਤ ਪ੍ਰਭ ਤੁਮ ਸਮਰੱਥਾ, ਸਭ ਕਿਸ ਤੁਮਰੈ ਹਾਥੇ। ਹੇ ਵਾਹਿਗੁਰੂ ਦੇ ਸੰਤ ਜਨੋ, ਤੁਸੀਂ ਈਤ ਊਤ, ਇਸ ਲੋਕ ਅਤੇ ਉਸ ਪਰਲੋਕ ਵਿੱਚ ਸਮਰੱਥਾ ਕੇ ਸਮਰੱਥ ਹੋ। ਵਾਹਿਗੁਰੂ ਨੇ ਸਾਰਾ ਕੁਝ ਤੁਹਾਡੇ ਹੱਥ ਵਿੱਚ ਦਿੱਤਾ ਹੋਇਆ ਹੈ। ਹੇ ਪਰਮੇਸ਼ਰ, ਤੁਸੀਂ ਈਤ ਊਤ ਲੋਕ ਪਰਲੋਕ ਵਿੱਚ ਸਰਬ ਸ਼ਕਤੀਵਾਨ ਹੋ। ਸਾਰਾ ਕੁਝ ਤੁਹਾਡੇ ਹੱਥ ਵਿੱਚ ਹੀ ਹੈ। ਐਸਾ ਨਿਧਾਨ ਦੇਹੋ ਮੋਕੋ, ਹਰ ਜਨ ਚੱਲੈ ਹਮਾਰੈ ਸਾਥੀ। ਹੇ ਪਰਮੇਸ਼ਰ ਦੇ ਜਨ ਸੰਤ ਜਨੋ, ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਮੈਨੂੰ ਦੇਣਾ ਕਰੋ, ਕਿ ਐਸਾ ਨਿਧਾਨ ਦੇਹੋ ਮੋਕੋ, ਹਰ ਜਨ ਚੱਲੈ ਹਮਾਰੈ ਸਾਥੇ। ਹੇ ਪਰਮੇਸ਼ਰ ਦੇ ਜਨ ਸੰਤ ਜਨੋ, ਕਿ ਐਸਾ, ਇਸ ਤਰ੍ਹਾਂ ਦਾ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਮੋਕੋ ਮੈਨੂੰ ਦੇਣਾ ਕਰੋ, ਜਿਹੜਾ ਇਸ ਲੋਕ ਵਿੱਚ ਵਿਕਾਰਾਂ ਆਦਿਕ ਤੋਂ ਬਚਾਉਣ ਵਾਸਤੇ ਅਤੇ ਪਰਲੋਕ ਵਿੱਚ ਜਮਾ ਆਦਿਕ ਤੋਂ ਬਚਾਉਣ ਵਾਸਤੇ ਮੇਰੇ ਨਾਲ ਚੱਲਣਾ ਕਰੇ। ਨਿਰਗੁਣਿਆਰੇ ਕੋ ਗੁਣ, ਨਿਰਗੁਣਿਆਰੇ ਕੋ ਗੁਣ ਕੀਜੈ, ਹਰ ਨਾਮ ਮੇਰਾ ਮਨ ਜਾਪੇ। ਮਹਾਰਾਜ ਜੀ ਕਹਿਣ ਲੱਗੇ, ਹੇ ਸੰਤ ਜਨੋ, ਮੈਨੂੰ ਨਿਰਗੁਣਿਆਰੇ, ਸੋਭ ਗੁਣਾ ਤੇ ਹੀਣੇ ਨੂੰ ਗੁਣ ਦੇਣਾ ਕਰੋ, ਕਿ ਮੇਰਾ ਮਨ, ਮੇਰਾ ਚਿੱਤ ਪਰਮੇਸ਼ਰ ਦਾ ਨਾਮ, ਪਰਮੇਸ਼ਰ ਦਾ ਨਾਮ ਜਪਦਾ ਰਹੇ। ਸੰਤ ਪ੍ਰਸਾਦ ਹਰ ਭੇਟੇ, ਮਨ ਤਨ ਸੀਤਲ ਧਰਾਪੇ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਦੋਂ ਇਸ ਪ੍ਰਕਾਰ ਬੇਨਤੀ ਕੀਤੀ ਤਾਂ ਮੈਨੂੰ ਸੰਤ ਜਨਾਂ ਗੁਰਾਂ ਨੇ ਕਿਰਪਾ ਕਰਕੇ ਹਰੀ ਅਕਾਲ ਪੁਰਖ ਦੇ ਨਾਲ ਮੇਲ ਦਿੱਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਬੇਨਤੀ ਕੀਤੀ ਤਾਂ ਮੈਨੂੰ ਸੰਤ ਜਨਾਂ ਗੁਰਾਂ ਨੇ ਕਿਰਪਾ ਕਰਕੇ ਹਰੀ ਅਕਾਲ ਪੁਰਖ ਦੇ ਨਾਲ ਮੇਲ ਦਿੱਤਾ, ਜਿਸ ਕਰਕੇ ਮਨ ਤਨ ਸੀਤਲ ਧਰਾਪੇ, ਜਿਸ ਕਰਕੇ ਮੇਰਾ ਮਨ ਹਿਰਦਾ ਤਨ ਸਰੀਰ ਵੀ ਵਿਸ਼ਿਆਂ ਦੀ ਤਪਤ ਤੋਂ ਸੀਤਲ ਹੋ ਗਿਆ, ਠੰਡਾ ਹੋ ਗਿਆ ਅਤੇ ਆਤਮ ਤ੍ਰਿਪਤੀ ਕਰਕੇ ਰੱਜ ਗਿਆ ਹੈ। ਮਹਾਰਾਜ ਜੀ ਅਗਲੇ ਸ਼ਬਦ ਦੇ ਵਿੱਚ ਸਮਝਾ ਰਹੇ ਹਨ, ਗੌੜੀ ਮਹੱਲਾ ਪੰਜਵਾ। ਸਹਿਜ ਸਮਾਇਓ ਦੇਵ ਮੋਕੋ ਸਤਿਗੁਰ ਭਏ, ਦਇਆਲ ਦੇਵ ਰਹਾਉ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਸਹਿਜ ਸਮਾਇਓ ਦੇਵ, ਕਿ ਹੇ ਸੰਤ ਜਨੋ, ਦੇਵ ਪ੍ਰਕਾਸ਼ ਰੂਪ ਬ੍ਰਹਮ ਵਿੱਚ ਸਹਿਜੇ ਹੀ ਸਮਾ ਗਏ ਹਾਂ। ਜੋ ਸਾਰਿਆਂ ਦਾ ਦੇਵ ਰਾਜਾ ਰੂਪ ਹੈ, ਪੂਜਨੀਕ ਹੈ, ਵੱਡਾ ਹੈ, ਉਸ ਵਿੱਚ ਗਿਆਨ ਕਰਕੇ ਸਮਾਉਣਾ ਹੋਇਆ ਹੈ। ਮੋਕੋ ਸਤਿਗੁਰ ਭਏ ਦਇਆਲ ਦੇਵ, ਕਿ ਹੇ ਸੰਤ ਜਨੋ, ਮੇਰੇ ਤਾਈਂ ਪੂਜਨੀਕ ਸਤਿਗੁਰੂ ਸਾਹਿਬ ਜੀ ਦਿਆਲੂ ਹੋਏ ਹਨ। ਰਹਾਉ ਵਿਸਰਾਮ ਦੇ ਕੇ ਮਹਾਰਾਜ ਜੀ ਅੱਗੇ ਕਹਿਣ ਲੱਗੇ, ਕਾਟ ਜੇਵਰੀ ਕੀਓ ਦਾਸਰੋ ਸੰਤਨ ਟਹਿਲਾਇਓ। ਕਾਟ ਜੇਵਰੀ ਕੀਓ ਦਾਸਰੋ ਸੰਤਨ ਟਹਿਲਾਇਓ, ਕਿ ਮੇਰੀ ਬਾਸਨਾ ਰੂਪੀ ਜੰਮਣ ਮਰ ਰੂਪੀ ਹਉਮੈ ਦੀ ਜੇਵਰੀ, ਹਉਮੈ ਦੀ ਫਾਹੀ, ਹਉਮੈ ਦੀ ਰੱਸੀ ਕੱਟ ਕੇ ਆਪਣਾ ਦਾਸਰੋ, ਆਪਣਾ ਸੇਵਕ ਬਣਾਉਣਾ ਕੀਤਾ ਹੈ। ਅਤੇ ਸੰਤਨ ਟਹਿਲਾਇਓ, ਅਤੇ ਸੰਤ ਜਨਾਂ ਦੀ ਟਹਿਲਾਇਓ ਸੇਵਾ ਵਿੱਚ ਲਗਾ ਦਿੱਤਾ ਹੈ। ਏਕ ਨਾਮ ਕੋ ਥਿਓ ਪੁਜਾਰੀ, ਮੋਕੋ ਅਚਰਜ ਗੁਰ ਹੈ ਦਿਖਾਇਓ। ਏਕ ਨਾਮ ਕੋ ਥਿਓ ਪੁਜਾਰੀ, ਮਹਾਰਾਜ ਜੀ ਕਹਿਣ ਲੱਗੇ, ਮੈਨੂੰ ਇੱਕ ਪਰਮੇਸ਼ਰ ਦੇ ਨਾਮ ਦਾ ਪੁਜਾਰੀ, ਪੂਜਕ ਭਾਵ ਪੂਜਾ ਕਰਨ ਵਾਲਾ ਬਣਾ ਦਿੱਤਾ ਹੈ। ਅਤੇ ਮੋਕੋ ਮੈਨੂੰ ਅਚਰਜ ਗੁਰ ਹੈ ਦਿਖਾਇਓ, ਮੈਨੂੰ ਗੁਰ ਹੈ ਗੁਰੂ ਸਾਹਿਬ ਜੀ ਨੇ ਇਹ ਅਚਰਜ ਸਰੂਪ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਭਇਓ ਪ੍ਰਗਾਸ ਸਰਬ ਉਜਿਆਰਾ, ਗੁਰ ਗਿਆਨ ਮਨ ਹੈ ਪ੍ਰਗਟਾਇਓ। ਭਇਓ ਪ੍ਰਗਾਸ ਸਰਬ ਉਜਿਆਰਾ, ਕਿ ਜਦੋਂ ਗੁਰਾਂ ਨੇ ਮਨ ਵਿੱਚ ਗਿਆਨ ਪ੍ਰਗਟ ਕਰ ਦਿੱਤਾ, ਤਦੋਂ ਸਰਬ ਸਾਰਿਆਂ ਤਾਈਂ ਉਜਿਆਰਾ ਪ੍ਰਕਾਸ਼ ਕਰਨ ਵਾਲਾ ਪ੍ਰਕਾਸ਼ ਸਰੂਪ ਬ੍ਰਹਮ ਹਿਰਦੇ ਵਿੱਚੋਂ ਹੀ ਪ੍ਰਗਟ ਹੋ ਗਿਆ। ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ, ਅਨ ਭੈ ਠਹਿਰਾਇਓ। ਕਿ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਪੀਣ ਕਰਕੇ ਮੇਰਾ ਮਨ ਤ੍ਰਿਪਤਾਇਓ, ਮੇਰਾ ਮਨ ਮੇਰਾ ਹਿਰਦਾ ਤ੍ਰਿਪਤਾਇਓ ਰੱਜ ਗਿਆ ਹੈ। ਅਤੇ ਅਨ ਭੈ ਠਹਿਰਾਇਓ, ਅਤੇ ਗੁਰੂ ਸਾਹਿਬ ਜੀ ਨੇ ਅਨ ਭੈ ਤੋਂ ਰਹਿਤ ਸਰੂਪ ਵਿੱਚ ਮੇਰੀ ਬਿਰਤੀ ਨੂੰ ਠਹਿਰਾ ਦਿੱਤਾ ਹੈ, ਟਿਕਾ ਦਿੱਤਾ ਹੈ। ਮਾਨ ਆਗਿਆ ਸਰਬ ਸੁਖ ਪਾਏ, ਦੁੱਖ ਹੈ ਠਾਓ ਗਵਾਇਓ। ਮਾਨ ਆਗਿਆ ਸਰਬ ਸੁਖ ਪਾਏ, ਦੁੱਖ ਹੈ ਠਾਓ ਗਵਾਇਓ। ਮਹਾਰਾਜ ਜੀ ਦੀ ਆਗਿਆ, ਮਹਾਰਾਜ ਜੀ ਦੀ ਰਜਾ ਮੰਨ ਕਰਕੇ ਲੋਕ ਪਰਲੋਕ ਦੇ ਸਰਬ ਸਾਰੇ ਹੀ ਸੁੱਖ ਪਾ ਲਏ ਹਨ। ਅਤੇ ਦੁੱਖ ਹੈ ਦੁੱਖਾਂ ਦੀ ਠਾਓ ਥਾਂ, ਦੁੱਖਾਂ ਦੀ ਥਾਂ ਜੋ ਅਗਿਆਨ ਸੀ ਉਹ ਵੀ ਗਵਾਇਓ, ਗਵਾ ਦਿੱਤੀ ਹੈ, ਮੇਟ ਦਿੱਤੀ ਹੈ। ਜੋ ਸੋ ਪ੍ਰਸੰਨ ਭਏ ਪ੍ਰਭ ਠਾਕੁਰ, ਸਭ ਆਨੰਦ ਰੂਪ ਦਿਖਾਇਓ। ਜੋ ਜਦ ਪ੍ਰਭੂ ਠਾਕੁਰ ਸੁਆਮੀ ਪ੍ਰਸੰਨ ਹੋਏ, ਕਿ ਭਲੀ ਪ੍ਰਕਾਰ ਖੁਸ਼ ਹੋਏ, ਤਾਂ ਸਭ ਆਨੰਦ ਰੂਪ ਦਿਖਾਇਓ। ਤਬ ਸਾਰਿਆਂ ਵਿੱਚ ਆਨੰਦ ਆਨੰਦ ਸਰੂਪ ਪ੍ਰਗਟ ਕਰਕੇ ਦਿਖਾ ਦਿੱਤਾ ਹੈ।
ਜੋ ਸੋ ਪ੍ਰਸੰਨ ਭਏ ਪ੍ਰਭ ਠਾਕਰ, ਸਭ ਆਨੰਦ ਰੂਪ ਦਿਖਾਇਓ। ਜੋ ਜਦ ਪ੍ਰਭੂ ਸੁਆਮੀ ਭਲੀ ਪ੍ਰਕਾਰ ਖੁਸ਼ ਹੋਏ, ਤਾਂ ਸਾਰਿਆਂ ਵਿੱਚ ਆਨੰਦ ਰੂਪ ਆਨੰਦ ਸਰੂਪ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਨਾ ਕਿਸ ਆਵਤ ਨਾ ਕਿਸ ਜਾਵਤ, ਸਭ ਖੇਲ ਕੀਓ ਹਰ ਰਾਇਓ। ਕਿ ਵਾਸਤਵ ਵਿੱਚ ਨਾ ਹੀ ਕੋਈ ਜਨਮ ਧਾਰ ਕੇ ਆਵਤ ਆਉਂਦਾ ਹੈ ਅਤੇ ਨਾ ਹੀ ਕੋਈ ਮਰ ਕੇ ਕਿਤੇ ਜਾਂਦਾ ਹੈ। ਇਹ ਤਾਂ ਹਰੀ ਰਾਇਓ ਹਰੀ ਰਾਜੇ ਨੇ ਸਾਰਾ ਖੇਡ ਹੀ ਕੀਤਾ ਹੋਇਆ ਹੈ। ਸਭ ਖੇਲ ਕੀਓ ਹਰ ਰਾਇਆ, ਕਿ ਨਾ ਕਿਸ ਆਵਤ ਨਾ ਕਿਸ ਜਾਵਤ, ਸਭ ਖੇਲ ਕੀਓ ਹਰ ਰਾਇਆ। ਕਿ ਵਾਸਤਵ ਵਿੱਚ ਨਾ ਹੀ ਕੋਈ ਜਨਮ ਧਾਰ ਕੇ ਆਵਤ ਆਉਂਦਾ ਹੈ ਅਤੇ ਨਾ ਹੀ ਕੋਈ ਮਰ ਕਰਕੇ ਕਿਤੇ ਜਾਵਤ ਜਾਂਦਾ ਹੈ। ਇਹ ਤਾਂ ਹਰੀ ਰਾਇਓ ਹਰੀ ਰਾਜੇ ਨੇ, ਉਸ ਪਰਮੇਸ਼ਰ ਨੇ ਸਾਰਾ ਖੇਲ ਕੀਤਾ ਹੋਇਆ ਹੈ। ਇਹ ਬਾਜੀ ਪਾਈ ਹੋਈ ਹੈ। ਕਹੋ ਨਾਨਕ ਆਗਮ ਕਹੋ ਨਾਨਕ ਆਗਮ ਆਗਮ ਹੈ ਠਾਕੁਰ, ਭਗਤ ਟੇਕ ਹਰ ਨਾਇਓ। ਕਹੋ ਨਾਨਕ ਆਗਮ ਆਗਮ ਹੈ ਠਾਕੁਰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹ ਠਾਕੁਰ, ਉਹ ਸੁਆਮੀ, ਉਹ ਵਾਹਿਗੁਰੂ ਸ਼ਾਸਤਰਾਂ ਕਰਕੇ ਆਗਮ ਹੰਗਤਾ ਤੋਂ ਰਹਿਤ ਅਤੇ ਮਨ ਦੇ ਸੰਕਲਪਾਂ ਵਿਕਲਪਾਂ ਕਰਕੇ ਵੀ ਹੰਗਤਾ ਤੋਂ ਰਹਿਤ ਹੈ। ਭਗਤ ਟੇਕ ਹਰ ਨਾਇਓ, ਕਿ ਭਗਤ ਸੇਵਕ ਜਨਾਂ ਨੂੰ ਤਾਂ ਇੱਕ ਹਰੀ ਦੇ ਨਾਇਓ ਨਾਮ ਦੀ ਹੀ ਟੇਕ ਹੈ, ਨਾਮ ਦਾ ਹੀ ਓਟ ਹੈ। ਕਹੋ ਨਾਨਕ ਆਗਮ ਆਗਮ ਹੈ ਠਾਕੁਰ, ਭਗਤ ਟੇਕ ਹਰ ਨਾਇਓ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਠਾਕੁਰ ਸੁਆਮੀ ਵਾਹਿਗੁਰੂ ਸ਼ਾਸਤਰਾਂ ਕਰਕੇ ਹੰਗਤਾ ਤੋਂ ਰਹਿਤ ਅਤੇ ਮਨ ਦੇ ਸੰਕਲਪਾਂ ਵਿਕਲਪਾਂ ਕਰਕੇ ਵੀ ਗਮਤਾ ਤੋਂ ਰਹਿਤ ਹੈ। ਭਗਤ ਟੇਕ ਹਰ ਨਾਇਓ, ਕਿ ਭਗਤਾਂ ਨੂੰ ਸੇਵਕ ਜਨਾਂ ਨੂੰ ਤਾਂ ਇੱਕ ਹਰੀ ਦੇ ਨਾਮ ਦੀ ਹੀ ਟੇਕ ਹੈ, ਓਟ ਹੈ, ਆਸਰਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਕਰਾਇਆ ਹੈ। ਗੁਰਬਾਣੀ ਪੜ੍ਹਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ।